ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਆਤਿਸ਼ ਗੁਪਤਾ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਕਰਦਾ। ਅੱਜ ਅਸੀਂ ਗੱਲ ਕਰਾਂਗੇ ਕੇਂਦਰ ਗਾਉਣ ਲੱਗਾ ਕੁਵੇਲੇ ਦਾ ਰਾਗ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਸੀ, ਇਸ ਨੂੰ ਇਹ 53 ਦਿਨਾਂ ਦਾ ਸਮਾਂ ਬੀਤ ਚੁੱਕਿਆ ਤੇ ਕੌਮੀ ਜਾਂਚ ਏਜੰਸੀ ਨੇ 53 ਦਿਨਾਂ ਬਾਅਦ ਇਸ ਸੰਘਰਸ਼ ਨਾਲ ਜੁੜੇ 1 ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨੋਟਿਸ ਭੇਜੇ ਗਏ ਨੇ। ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਵੀ ਇਹ ਕੌਮੀ ਜਾਂਚ ਏਜੰਸੀ ਨੇ ਜਿਹੜੇ ਇਹ ਨੋਟਿਸ ਭੇਜੇ ਨੇ, ਇਹ ਉਹਨਾਂ ਤੇ ਦਬਾਅ ਬਣਾਉਣ ਦੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜਦੋਂ ਇਸ ਸੰਘਰਸ਼ ਨੂੰ ਚੱਲਦੇ ਨੂੰ ਅੱਜ 53 ਦਿਨ ਬੀਤ ਚੁੱਕੇ ਨੇ, ਅਜਿਹੇ ਸਮੇਂ ਦੇ ਵਿੱਚ NIA ਵੱਲੋਂ ਨੋਟਿਸ ਭੇਜਣਾ ਜਿਹੜਾ ਹੈ ਉਹਦੀ ਕਿੰਨੀ ਕੁ ਤੁੱਕ ਬਣਦੀ ਹੈ? ਇੱਕ ਤਾਂ ਇਹ ਹੈਗਾ ਕਿ ਵੀ ਇਹ ਕੌਮੀ ਜਾਂਚ ਏਜੰਸੀ ਨੇ ਜਿਹੜੇ ਨੋਟਿਸ ਭੇਜੇ ਨੇ, ਜੀ ਜਿਵੇਂ ਆਪਾਂ ਕਹਿੰਦੇ ਕਿ 53 ਦਿਨਾਂ ਬਾਅਦ ਕਿਉਂ ਭੇਜੇ, ਜੀ ਅਸਲ 'ਚ ਇੱਕ ਇਹ ਕੜੀ ਦਾ ਹਿੱਸਾ ਹੈਗਾ। ਇੱਕ ਤਾਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੀ ਇਹ ਜਾਂਚ ਏਜੰਸੀ ਨੇ ਜਿਹੜੀ ਕਾਰਵਾਈ ਪਾਈ ਹੈਗੀ ਹੁਣ, ਇਹ ਸਹਿਜ ਨਹੀਂ ਹੈਗੀ। ਇਹ ਭਾਰਤ ਸਰਕਾਰ ਦੀ ਇੱਕ ਸੋਚੀ ਸਮਝੀ ਜਿਹੜੀ ਰਣਨੀਤੀ ਹੈਗੀ ਹੈ, ਜਾਂ ਉਹਨਾਂ ਨੇ ਜੋ ਪੈਂਤੜਾ ਬਣਾਇਆ, ਵਿਉਂਤਬੰਦੀ ਬਣਾਈ ਹੈ, ਉਹਦਾ ਇੱਕ ਸਟੈਪ ਹੈ। ਜੀ ਇਹ ਪਹਿਲੀ ਵਾਰ ਨਹੀਂ ਕਿ ਇਹਨੂੰ ਦਾਅਵੇ ਲਈ ਵਰਤਿਆ ਗਿਆ ਏਜੰਸੀ ਨੂੰ। ਜੀ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਲਕਬ ਦੇਣ ਦੀ ਜਿਹੜੀ ਜੀ ਕਿਸਾਨ ਘੋਲ ਨੂੰ ਕੋਸ਼ਿਸ਼ ਕੀਤੀ ਹੈ ਗਵਰਨਮੈਂਟ ਨੇ। ਜੀ ਦੇਖੋ, ਜਦੋਂ ਵੀ ਕੋਈ ਅੰਦੋਲਨ ਚੱਲਦਾ ਹੈਗਾ, ਕੋਈ ਸੰਘਰਸ਼ ਹੁੰਦਾ ਹੈ, ਤਾਂ ਉਹਦੇ ਲਈ ਜਿਹੜੀ ਰੂਲਿੰਗ ਕਲਾਸ ਹੁੰਦੀ ਹੈਗੀ ਹੈ, ਉਹ ਦੋ ਤਰ੍ਹਾਂ ਦੇ ਪੈਂਤੜੇ ਲੈਂਦੀ ਹੈ। ਜਾਂ ਤਾਂ ਉਹ ਬਲ ਦਾ ਪ੍ਰਯੋਗ ਕਰਦੀ ਹੈ ਜਾਂ ਛਲ ਦਾ ਪ੍ਰਯੋਗ ਕਰਦੀ ਹੈ। ਜੀ ਪਰ ਜਿਹੜਾ ਕਿਸਾਨ ਘੋਲ ਸਾਡਾ ਪੰਜਾਬ ਤੋਂ ਸ਼ੁਰੂ ਹੋਇਆ ਸੀ, ਜੀ ਇਸ ਨੇ ਹੁਣ ਤੱਕ 53, ਜਿਵੇਂ ਹੁਣ ਦਿੱਲੀ ਦੇ ਵਿੱਚ ਵੀ ਇੰਨੇ ਦਿਨ ਹੋ ਗਏ ਬੈਠਿਆਂ ਨੂੰ, ਬਿਲਕੁਲ ਪੌਣੇ 2 ਮਹੀਨੇ ਹੋਣ ਵਾਲੇ ਨੇ, ਤਾਂ ਗਵਰਨਮੈਂਟ ਨੂੰ ਕੋਈ ਮੌਕਾ ਨਹੀਂ ਦਿੱਤਾ ਕਿ ਗਵਰਨਮੈਂਟ ਹੈ ਜਿਹੜੀ ਉਹ ਬਲ ਦਾ ਪ੍ਰਯੋਗ ਕਰ ਸਕੇ। ਆਪਾਂ ਬਹੁਤ ਸਾਰੇ ਜਿਹੜੇ ਐਜੀਟੇਸ਼ਨਾਂ ਦੇਖਦੇ ਨੇ ਜੀ ਕਿ ਉਹਨਾਂ ਨੂੰ ਦਬਾਉਣ ਲਈ ਬਹੁਤ ਛੇਤੀ ਹੈ ਜਿਹੜਾ ਉਹ ਲਾਠੀ ਚਾਰਜ ਹੋ ਜਾਂਦਾ ਹੈ, ਬਿਲਕੁਲ ਜਾਂ ਕੁਟਾਪਾ ਚਾੜ ਦਿੱਤਾ ਜਾਂਦਾ ਹੈ, ਅਰੈਸਟਾਂ ਹੋ ਜਾਂਦੀਆਂ ਨੇ, ਪਰਚੇ ਦਰਜ ਹੋ ਜਾਂਦੇ ਨੇ। ਔਰ ਇਹ ਪਹਿਲਾ ਘੋਲ ਹੈਗਾ ਕਿ ਜਿਹੜਾ ਪੰਜਾਬ 'ਚ ਚੱਲਿਆ 2 ਮਹੀਨੇ, ਹੁਣ 2 ਮਹੀਨੇ, ਹੁਣ 4 ਮਹੀਨਿਆਂ ਵਾਂਗੂ ਹੋਣ ਵਾਲਾ, ਪੌਣੇ 4 ਮਹੀਨੇ ਹੋ ਗਏ ਨੇ, ਕਿ ਇੱਕ ਵੀ ਮੌਕਾ ਜਿਹੜਾ ਹੈਗਾ ਨਾ ਸਟੇਟ ਗਵਰਨਮੈਂਟ ਨੂੰ ਨਾ ਭਾਰਤ ਸਰਕਾਰ ਨੂੰ ਕਿਸਾਨਾਂ ਨੇ ਦਿੱਤਾ ਹੈ ਕਿ ਉਹ ਕਿਸੇ ਕਿਸਮ ਦਾ ਬਲ ਦਾ ਪ੍ਰਯੋਗ ਕਰ ਸਕਣ। ਇਸ ਕਰਕੇ ਫਿਰ ਦੂਜੇ ਪੈਂਤੜੇ ਉਹਨਾਂ ਕੋਲ ਰਹਿ ਗਏ ਸੀਗੇ। ਸਭ ਤੋਂ ਪਹਿਲਾਂ ਤਾਂ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੂੰ ਆਮ ਪਬਲਿਕ ਦੀ ਨਜ਼ਰ ਦੇ ਵਿੱਚ ਜਿਹੜਾ ਗਿਰਾਇਆ ਜਾ ਸਕੇ, ਇਹਨਾਂ ਨੂੰ ਕੋਈ ਨਾ ਕੋਈ ਨਾਮ ਦੇ ਦਿੱਤਾ ਜਾਏ। ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਕਦੇ ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਕਦੇ ਮਾਓਵਾਦੀ ਕਿਹਾ ਗਿਆ, ਠੀਕ ਹੈ, ਅਰਬਨ ਨਕਸਲੀ ਕਿਹਾ ਗਿਆ, ਇਸ ਕਿਸਮ ਦਾ। ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਕੋਈ ਸਾਡੇ ਕਿਸੇ ਵੀ ਜਿਹੜਾ ਪੈਂਤੜਾ ਅਸੀਂ ਯੂਜ਼ ਕਰਦੇ ਹੈਗੇ ਆ, ਸਾਨੂੰ ਹੀ ਪੁੱਠਾ ਪੈ ਰਿਹਾ ਹੈਗਾ। ਗਵਰਨਮੈਂਟ ਖੁਦ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਕੋਈ ਲਕਬ ਦਿੰਦੇ ਆ ਤੇ ਇਹਨਾਂ ਦੀ ਜਿਹੜੀ ਮਜ਼ਬੂਤੀ ਆ ਹੋਰ ਵੱਧ ਰਹੀ ਹੈਗੀ ਹੈ, ਤਾਂ ਉਹਦੇ ਵਿੱਚ ਵੀ ਉਹ ਗਵਰਨਮੈਂਟ ਹੈ ਜਿਹੜੀ ਫੇਲ ਹੋ ਰਹੀ ਹੈ। ਤਾਂ ਇਹ ਵੀ ਇੱਕ ਗਵਰਨਮੈਂਟ ਦੀ ਜਿਹੜੀ ਘਬਰਾਹਟ ਹੈ ਅੰਦਰਲੀ, ਉਹਦਾ ਆਪਾਂ ਇੱਕ ਨਤੀਜਾ ਕਹਿ ਸਕਦੇ ਆ। ਜਿਸ ਤਰ੍ਹਾਂ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਬੜੀ ਮਜ਼ਬੂਤ ਸਰਕਾਰ ਹੈ ਸਾਡੀ ਗਵਰਨਮੈਂਟ, 303 ਸੀਟਾਂ ਉਹਦੇ ਕੋਲੇ ਹੈਗੀ ਹੈ। ਅਗਰ ਇੰਨੀ ਮਜ਼ਬੂਤ ਸਰਕਾਰ ਹੈ ਤਾਂ ਉਹਦਾ ਤਰਕ ਇੰਨਾ ਮਜ਼ਬੂਤ ਕਿਉਂ ਨਹੀਂ? ਉਹਨੂੰ ਕਿਉਂ ਇੱਕ ਕੌਮੀ ਜਾਂਚ ਏਜੰਸੀ ਹੈ, ਉਹਦੀ ਕ੍ਰੈਡੀਬਿਲਿਟੀ ਹੈ ਜਿਹੜੀ ਦਾਅ ਤੇ ਲਾਉਣੀ ਪੈ ਗਈ ਹੈ? ਕਿਤੇ ਲੰਗਰਾਂ ਵਾਲਿਆਂ ਤੇ ਪਰਚੇ ਦਰਜ ਕਰਨ ਦੇ ਮਤਲਬ ਨੋਟਿਸ ਦਿੱਤੇ ਨੇ, ਸੰਮਨ ਦਿੱਤੇ ਨੇ। ਜਿਹੜੇ ਕਿਤਾਬਾਂ ਵੰਡ ਕੇ ਆਏ ਨੇ, ਉੱਥੇ ਕਾਪੀਆਂ ਵੰਡ ਕੇ ਆਏ ਨੇ, ਉਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ। ਕੌਮੀ ਜਾਂਚ ਏਜੰਸੀ ਦਾ ਇੱਕ ਕੱਦ ਬੁੱਤ ਜਿਹੜਾ ਬਹੁਤ ਵੱਡਾ ਹੈਗਾ, ਉਹਨੂੰ ਇੰਨਾ ਹੇਠਲੇ ਪੱਧਰ ਤੇ ਲੈ ਜਾਂਦਾ ਹੈਗਾ। ਤਾਂ ਇਹ ਤੋਂ ਸਾਨੂੰ ਲੱਗਦਾ ਹੈ ਕਿ ਗਵਰਨਮੈਂਟ ਹੈ ਜਿਹੜੀ, ਉਹਦਾ ਮਾਈਂਡ ਹੈ ਜਿਹੜਾ ਕਿੱਥੇ ਜੇ ਖੜਾ ਹੈ, ਘੋਲ ਦਾ ਕਿੰਨਾ ਉਹਨਾਂ ਤੇ ਪ੍ਰੈਸ਼ਰ ਹੈਗਾ। ਦੂਸਰੀ ਗੱਲ ਹੈਗੀ ਹੈ ਕਿ ਇਹ ਟਾਈਮਿੰਗ ਦੀ, ਕਿ ਦੇਖੋ ਇੱਕ ਪਾਸੇ ਤਾਂ 26 ਜਨਵਰੀ ਦਾ ਰਿਪਬਲਿਕ ਡੇ ਸਾਡਾ ਆ ਰਿਹਾ ਹੈਗਾ, ਠੀਕ ਹੈ, ਐਨ ਮੌਕੇ ਤੇ ਕਿੰਨਾ ਕੁ ਰਹਿ ਗਏ ਦਿਨ, ਸਾਰਾ ਇੱਕ ਹਫ਼ਤਾ ਹੀ ਬਾਕੀ ਬਚਿਆ ਹੈਗਾ, ਤੇ ਤੁਸੀਂ ਉਸ ਮੌਕੇ ਤੇ ਇਸ ਕਿਸਮ ਦਾ ਪੈਂਤੜਾ ਖੇਡਦੇ ਹੋ। ਐਂ ਤਾਂ ਨਹੀਂ ਹੁੰਦਾ ਕਿ ਸਾਡੇ ਘਰ ਵਿਆਹ ਰੱਖਿਆ ਹੋਵੇ, ਕੋਈ ਸਮਾਗਮ ਰੱਖਿਆ ਹੋਵੇ, ਤੇ ਉਸ ਤੋਂ ਪਹਿਲਾਂ ਅਸੀਂ ਕੋਈ ਇਸ ਕਿਸਮ ਦਾ ਸ਼ੁਰੂ ਕਰ ਦਈਏ। ਇਹਦੇ ਪਿੱਛੇ ਵੀ ਜ਼ਰੂਰ ਕੋਈ ਨਾ ਕੋਈ ਰਣਨੀਤੀ ਹੈਗੀ ਹੈ। ਜੇ ਤੁਸੀਂ ਇਹਨੂੰ ਮਿਨੂਟਲੀ ਦੇਖੋਗੇ ਕਿ ਨਾ, ਜਿਹੜੇ ਨੋਟਿਸ ਦਿੱਤੇ ਆ, ਸੰਮਨ ਦਿੱਤੇ ਆ, ਤਕਰੀਬਨ ਦਰਜਨ ਦੇ ਕਰੀਬ ਆਦਮੀ ਹੈਗੇ ਨੇ। ਇੱਕ ਤਾਂ ਉਹ ਤੁਸੀਂ ਦੇਖੋਗੇ, ਉਹਨੂੰ ਗੌਰ ਨਾਲ ਦੇਖੋਗੇ ਤਾਂ ਉਹ ਸਾਰੇ ਜਿਹੜੇ ਹੈਗੇ ਨੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ। ਇਹ ਫਸਟ ਫੇਜ਼ ਕਹਿ ਸਕਦੇ ਆ ਕੌਮੀ ਜਾਂਚ ਏਜੰਸੀ ਦਾ ਜਾਂ ਵੱਡੀਆਂ ਏਜੰਸੀਆਂ ਦਾ। ਉਹਦੇ ਵਿੱਚ ਇਹ ਚਾਹੁੰਦੇ ਕਿ ਦੱਸਣਾ ਕਰਨਾ ਕੀ ਚਾਹੁੰਦੇ ਸੀ, ਇਹਦੇ ਵਿੱਚ ਗੇਮ ਕੀ ਹੈ ਇਹਨਾਂ ਦੀ, ਕਿ ਇਹ ਚਾਹੁੰਦੇ ਨੇ ਕਿ ਇੱਕ ਤਬਕੇ ਦੇ ਲੋਕਾਂ ਨੂੰ ਸੰਮਨ ਕੀਤਾ ਜਾਵੇ, ਤਲਬ ਕੀਤਾ ਜਾਵੇ। ਉਹਦੇ ਨਾਲ ਕੀ ਹੈ ਕਿ ਜਿਹੜੀਆਂ ਕਿਸਾਨ ਧਿਰਾਂ ਉਹਦੇ ਵਿਰੋਧ 'ਚ ਨਹੀਂ ਖੜਨਗੀਆਂ, ਜੋ ਇਹਨਾਂ ਦਾ ਭੁਲੇਖਾ ਸੀਗਾ ਕਿ ਕਿਸਾਨ ਜਦੋਂ
ਹੱਥ ਪਿਛਾ ਖਿੱਚਣਗੇ 32 ਕਿਸਾਨ ਧਿਰਾਂ ਜਾਂ 40 ਕਿਸਾਨ ਧਿਰਾਂ, ਤਾਂ ਇੱਕ ਮੈਸੇਜ ਆਏਗਾ ਕਿ ਦੇਖੋ ਇਸ ਭਾਈਚਾਰੇ ਦੇ ਲੋਕ ਨੇ, ਮਤਲਬ ਉਹਨਾਂ 'ਚ ਇੱਕ ਰਿਫਟ ਖੜੀ ਹੋਏਗੀ, ਇੱਕ ਕੰਧ ਖੜੀ ਹੋ ਜਾਏਗੀ। ਪਰ ਜੋ ਸਾਡੀਆਂ ਕਿਸਾਨ ਧਿਰਾਂ ਨੇ ਤਾਂ ਬਿਲਕੁਲ ਹੀ ਇਸ ਦੀ ਉਲਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਸਾਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦਾ ਵਿਰੋਧ ਕੀਤਾ ਹੈਗਾ, ਸੈਂਟਰ ਉਹਦੇ ਵਿੱਚ ਫੇਲ ਹੋ ਗਿਆ। ਦੂਸਰਾ ਤੁਸੀਂ ਇਹ ਦੇਖੋ ਕਿ ਜਿੰਨੇ ਲੋਕਾਂ ਨੂੰ ਸੰਮਨ ਦਿੱਤੇ ਗਏ ਨੇ ਉਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨ ਘੋਲ ਨਾਲ ਜੁੜੇ ਹੋਏ ਨੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਦੇਖੋ ਇੱਕ ਉਹ ਇਧਰ ਬਰਨਾਲਾ ਸਾਈਡ ਦਾ ਹੈ, ਗੀਜ਼ਰ ਵੰਡ ਕੇ ਹੈ, ਦੱਸੋ ਗੀਜ਼ਰ ਵੰਡਣ ਵਾਲੇ ਨੂੰ ਤੁਸੀਂ ਨੋਟਿਸ ਦੇ ਦਿੱਤਾ। ਬਲਤੇਜ ਪੰਨੂ ਆ ਪਟਿਆਲੇ ਵਾਲੇ, ਉਹਨਾਂ ਨੂੰ ਤੁਸੀਂ ਨੋਟਿਸ ਦੇ ਦਿੱਤਾ। ਤੁਸੀਂ ਕਿਵੇਂ ਕੋਰਿਲੇਟ ਕਰ ਰਹੇ ਹੋ, ਕਿਵੇਂ ਲਿੰਕ ਕਰ ਰਹੇ ਹੋ? ਤੁਹਾਡੀ ਟਾਈਮਿੰਗ ਠੀਕ ਨਹੀਂ ਹੈਗੀ ਹੈ। ਇਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਇਹ ਸੰਘਰਸ਼ ਹੈ ਅਸੀਂ ਇਹਨੂੰ ਦਬਾ ਲਵਾਂਗੇ ਜਾਂ ਲੋਕਾਂ 'ਚ ਇੱਕ ਭੈ ਕ੍ਰੀਏਟ ਹੋ ਜਾਏਗਾ, ਲੋਕਾਂ 'ਚ ਇੱਕ ਨਿਰਾਸ਼ਾ ਆਏਗੀ। ਪਰ ਇਹ ਸੈਂਟਰ ਗਵਰਨਮੈਂਟ ਦਾ ਭੁਲੇਖਾ ਹੈ, ਕਿਉਂਕਿ ਅਸੀਂ ਤਾਂ ਦੇਖੋ ਏਡੇ ਵੱਡੇ ਨਾਕੇ ਤੋੜ ਕੇ ਕਿਸਾਨ ਹੈ ਜਿਹੜੇ ਉਹ ਆਪਦੀ ਗੱਲ ਕਹਿਣ ਦਿੱਲੀ ਚਲੇ ਗਏ ਨੇ। ਤਾਂ ਮੈਨੂੰ ਨਹੀਂ ਲੱਗਦਾ ਕਿ ਨੋਟਿਸ ਕਿਸੇ ਕੰਮ ਆਉਣਗੇ। ਤੇ ਅੱਜ ਤਾਂ ਜਿਹੜੀ ਉੱਥੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ ਹੈ, ਚੱਲ ਰਹੀ ਹੈ, ਮਤਲਬ ਅੱਜ ਖਤਮ ਹੋ ਜਾਏਗੀ ਘੰਟੇ ਡੇਢ ਘੰਟੇ ਤੱਕ। ਤਾਂ ਮੈਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਵੀ ਇਹ ਫੈਸਲਾ ਹੋ ਗਿਆ ਕਿ ਨੋਟਿਸਾਂ ਦਾ ਜਿਹੜਾ ਹੈਗਾ ਕਿਸੇ ਨੇ ਵੀ ਜਵਾਬ ਨਹੀਂ ਦੇਣਾ। ਤਾਂ ਇਹਦੇ ਨਾਲ ਵੀ ਇੱਕ ਬਹੁਤ ਵੱਡੀ ਹੇਠੀ ਦੀ ਗੱਲ ਹੈ। ਇਹ ਮਾਮਲਾ ਖੇਤੀ ਮੰਤਰੀ ਨਰਿੰਦਰ ਤੋਮਰ ਕੋਲੇ ਵੀ ਉਠਾਇਆ ਜਾ ਚੁੱਕਾ ਹੈਗਾ। ਤਾਂ ਉਹਨਾਂ ਨੇ ਵੀ ਕਿਹਾ ਕਿ ਸਾਡੇ ਨੌਲੇਜ 'ਚ ਨਹੀਂ, ਅਸੀਂ ਜਿਹੜੀ ਅਗਲੀ ਮੀਟਿੰਗ ਹੋਏਗੀ ਉਹਦੇ ਵਿੱਚ ਇਸ ਨੂੰ ਰੱਖਾਂਗੇ। ਤਾਂ ਇਹ ਪੁੱਠਾ ਪੈ ਸਕਦਾ। ਇਹ ਪਹਿਲੀ ਕੜੀ ਨਹੀਂ, ਇਹ ਕਈ ਤੀਜਾ ਜਾਂ ਚੌਥਾ ਸਟੈਪ ਕਿਹਾ ਜਾ ਸਕਦਾ ਸੈਂਟਰ ਗਵਰਨਮੈਂਟ ਦਾ, ਜਿਹਦੇ ਵਿੱਚ ਇਸ ਕਿਸਮ ਦੀ ਸੰਬੰਧ ਦਿੱਤੇ ਜਾਂ ਤਲਬ ਕੀਤਾ ਹੈਗਾ। ਤੁਹਾਡੇ ਯਾਦ ਹੋਏਗਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਆੜ੍ਹਤੀਆਂ ਨੇ ਸਪੋਰਟ ਕੀਤੀ ਸੀ, 3 ਦਿਨਾਂ ਦਾ ਪ੍ਰੋਗਰਾਮ ਬਣਾਇਆ ਸੀ। ਉਹ ਅਲੱਗ-ਅਲੱਗ ਸ਼ਹਿਰਾਂ ਤੋਂ ਬੱਸਾਂ ਭਰ ਕੇ ਜਿਹੜੇ ਉੱਥੇ ਗਏ ਸੀ ਆਪਣਾ ਦਿੱਲੀ ਦੇ ਵਿੱਚ। ਤਾਂ ਉਹਨਾਂ ਦੇ ਵਿੱਚੋਂ ਸਿਰਫ ਉਹਨਾਂ ਆੜ੍ਹਤੀਆਂ ਤੇ ਹੀ ਇਨਕਮ ਟੈਕਸ ਨੇ ਰੇਡ ਕੀਤੀ ਸੀ ਜਿਹੜੇ ਆਗੂ ਸੀਗੇ, ਚਾਹੇ ਜ਼ਿਲ੍ਹੇ ਪੱਧਰ ਦਾ ਆਗੂ ਸੀ, ਸਟੇਟ ਲੈਵਲ ਦਾ ਆਗੂ ਸੀਗੇ, ਜਿਹੜੇ ਪ੍ਰਧਾਨ ਸੀ ਉਹਨਾਂ ਦੇ। ਤਾਂ ਉਹ ਵੀ ਇੱਕ ਇਸ ਕੜੀ ਦਾ ਹਿੱਸਾ ਸੀਗਾ। ਫਿਰ ਤੁਹਾਡੇ ਚੇਤੇ ਹੋਏਗਾ ਕਿ ਦਲਜੀਤ ਦੋਸਾਂਝ ਆਇਆ, ਉਹਨਾਂ ਨੂੰ ਵੀ ਇਨਕਮ ਟੈਕਸ ਦਾ ਚੱਕਰ 'ਚ ਉਲਝਾਇਆ ਗਿਆ, ਨੋਟਿਸ ਦਿੱਤਾ ਗਿਆ। ਚੇਤੇ ਹੋਏਗਾ ਤੁਹਾਡੇ ਕਿ ਬੀਕੇ ਜੂਗਰਾਹਾਂ ਦੀ ਜਿਹੜਾ ਖਾਤਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ, ਉਹਨਾਂ ਨੂੰ ਕਿ ਤੁਹਾਨੂੰ ਵਿਦੇਸ਼ੀ ਫੰਡ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ, ਉਹਦੀ ਆੜ ਹੇਠ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ ਸੀਗਾ। ਇੱਕ ਕੜੀ ਚੱਲ ਰਹੀ ਹੈ, ਜਸਬਾਜ ਵਾਲਾ ਲੈ ਲਓ ਇਸ਼ੂ, ਈਡੀ ਵਾਲਾ ਲੈ ਲਓ, ਈਡੀ ਨੇ ਵੀ ਇਦਾਂ ਹੀ ਕੀਤਾ ਹੈਗਾ। ਮੈਨੂੰ ਹੁਣ ਲੇਟੈਸਟ ਇਹ ਪਤਾ ਲੱਗਿਆ ਕਿ ਜਿਹੜੀਆਂ 32 ਕਿਸਾਨ ਧਿਰਾਂ ਉਹਨਾਂ ਕਿਸਾਨਾਂ ਦੀ ਜਿਹਨਾਂ ਦੀ ਡਿਊਟੀ ਉੱਥੇ ਫੰਡ ਦੀ ਦੇਖ ਰੇਖ ਕਰਦੀਆਂ ਨੇ, ਸਾਰਾ ਸੰਭਾਲ ਕਰਦੀਆਂ ਨੇ ਫੰਡਾਂ ਦਾ, ਉਹਨਾਂ ਦੇ ਵਿੱਚੋਂ ਵੀ ਇੱਕ ਆਗੂ ਨੂੰ ਈਡੀ ਨੇ ਨੋਟਿਸ ਦੇ ਦਿੱਤਾ। ਇਹ ਲੇਟੈਸਟ ਜਿਹੜੀ ਡਿਵੈਲਪਮੈਂਟ ਹੈਗੀ ਹੈ। ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਸਾਰੇ ਜਿਹੜੇ ਪੱਤੇ ਆ ਹੁਣ ਉਹ ਖੋਲ੍ਹਣੇ ਸ਼ੁਰੂ ਕਰ ਦਿੱਤੇ ਹੈਗੇ ਨੇ। ਤੇ ਕੁਝ ਦਿਨਾਂ ਤੋਂ ਲੱਗ ਰਿਹਾ ਜਿਵੇਂ ਅੱਜ ਤਰ੍ਹਾਂ ਕੁਝ ਕਿਸਾਨ ਆਗੂਆਂ ਨੇ ਇਹਦੀ ਨਿੰਦਾ ਵੀ ਕੀਤੀ ਹੈਗੀ ਹੈ ਤੇ ਇਹ ਵੀ ਕਿਹਾ ਕਿ ਅਸੀਂ ਕਿਸੇ ਅੱਗੇ ਇਹਦੇ ਵਿੱਚ ਝੁਕਾਂਗੇ ਨਹੀਂ। ਤੇ ਰਾਜੇਵਾਲ ਨੇ ਵੀ ਕਿਹਾ ਕਿ ਅਸੀਂ ਕਿਸੇ ਅੱਗੇ ਜਿਹੜਾ ਪੇਸ਼ ਨਹੀਂ ਹੋਣਾ ਤੇ ਕਿਸਾਨ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਬੈਠਣ। ਤਾਂ ਇਹ ਜਦੋਂ ਵੀ ਸਰਕਾਰ ਨੇ ਇਸ ਕਿਸਮ ਦਾ ਪੈਂਤੜਾ ਖੇਡਿਆ ਹੈਗਾ ਦਾਬੇ ਵਾਲਾ, ਘੋਲ ਨੂੰ ਉਲਟਾ ਮਜ਼ਬੂਤੀ ਮਿਲੀ ਹੈ। ਜੀ ਚਰਨਜੀਤ ਜੀ, ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕਣਾ ਚਾਹਾਂਗਾ। ਜਿਵੇਂ ਤੁਸੀਂ ਦੱਸਿਆ ਵੀ ਕਿ ਪਹਿਲਾਂ ਇਨਕਮ ਟੈਕਸ ਨੇ ਆੜ੍ਹਤੀਆਂ ਨੂੰ ਨੋਟਿਸ ਭੇਜੇ, ਫਿਰ ਈਡੀ ਨੇ ਭੇਜੇ ਤੇ ਹੁਣ NIA ਜਿਹੜੇ ਹੈਗੇ ਆ ਨੋਟਿਸ ਭੇਜਣ ਲੱਗੀ ਹੋਈ ਹੈ। ਤੁਹਾਨੂੰ ਨਹੀਂ ਲੱਗਦਾ ਵੀ ਕਿ ਜਦੋਂ ਦੇਸ਼ ਭਰ ਦੇ ਵਿੱਚ ਸੰਘਰਸ਼ ਚੱਲ ਰਿਹਾ, ਕਿਸਾਨ ਦਿੱਲੀ ਬਾਰਡਰ ਤੇ ਬੈਠੇ ਆਪਣੇ ਹੱਕ ਦੀ ਮੰਗ ਕਰ ਰਹੇ ਨੇ, ਇਸ ਟਾਈਮ ਦੇ ਵਿੱਚ ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਨੋਟਿਸ ਭੇਜ ਕੇ ਆਪਣੀ ਕ੍ਰੈਡੀਬਿਲਿਟੀ ਨੂੰ ਬਿਲਕੁਲ ਖਤਮ ਕਰ ਰਹੀਆਂ ਨੇ, ਦਾਅ ਤੇ ਲਾ ਰਹੀਆਂ ਨੇ, ਇਹ ਸਭ ਕਿਉਂ ਹੋ ਰਿਹਾ? ਦੇਖੋ, ਇਹਦੇ ਨਾਲ ਸਭ ਤੋਂ ਵੱਡਾ ਧੱਕਾ ਤਾਂ ਸਾਡੇ ਲੋਕ ਰਾਜ ਨੂੰ ਹੀ ਲੱਗਦਾ ਹੈ। ਕਿਉਂਕਿ ਜਿੰਨੀਆਂ ਵੀ ਇੰਸਟੀਟਿਊਸ਼ਨ ਹੈ, ਚਾਹੇ ਉਹ CBI ਹੈ, ਚਾਹੇ ਸਾਡੀ ਨਿਆਂ ਪ੍ਰਣਾਲੀ ਹੈਗੀ ਹੈ, ਚਾਹੇ NIA ਹੈ, ਅਗਰ ਇਹਨਾਂ ਦਾ ਕੱਦ ਘਟਦਾ ਹੈਗਾ ਤਾਂ ਉਹਦਾ ਮਤਲਬ ਹੈ ਕਿ ਸਾਡੀ ਜਿਹੜੀ ਲੋਕ ਰਾਜ ਹੈ, ਸਾਡੀ ਜਮਹੂਰੀਅਤ ਹੈ, ਉਹ ਵੀ ਕਾਫੀ ਹੱਦ ਤੱਕ ਡਾਊਨ ਚਲੀ ਜਾਂਦੀ ਹੈ। ਕਿਉਂਕਿ ਇਹ ਇੰਸਟੀਟਿਊਸ਼ਨਾਂ ਉਹ ਸੀ ਕਿ ਜਿਹੜੀਆਂ ਇੱਕ ਭਰੋਸੇ ਦੇ ਵਿੱਚ ਬੱਝੀਆਂ ਹੋਈਆਂ ਸੀ। ਕਿਸੇ ਵੇਲੇ ਤੁਹਾਡੇ ਚੇਤਾ ਹੋਏਗਾ ਤੇ ਜਿਹੜੀ ਆਪੋਜੀਸ਼ਨ ਹੈ ਉਹ ਵੀ ਇਹ ਡਿਮਾਂਡ ਕਰਦੇ ਸੀ ਕਿ ਸਾਡੀ ਕੋਈ ਵੀ ਮਾਮਲਾ ਆਉਣਾ ਤਾਂ ਉਹਨੇ ਕਿਹਾ ਕਿ CBI ਤੋਂ ਜਾਂਚ ਕਰਾਈ ਜਾਵੇ ਸੀ। ਉਹ ਕੀ ਸੀ? ਇੱਕ ਕ੍ਰੈਡੀਬਿਲਿਟੀ ਸੀਗੀ ਉਹਨਾਂ ਦੀ, ਸੰਸਥਾਵਾਂ ਦੀ, ਲੋਕਾਂ ਦੇ ਵਿੱਚ ਇੱਕ ਭਰੋਸਾ ਸੀਗਾ। ਅਗਰ ਹੁਣ ਅਸੀਂ ਕਹਿੰਦੇ ਆ ਕਿ ਜੀ ਤਾਂ ਜਿਹੜੀ CBI ਉਹ ਪਿੰਜਰੇ ਦਾ ਤੋਤਾ ਹੈਗਾ, ਤਾਂ ਇਹ ਜਿਹੜੀਆਂ ਬਾਕੀ ਸੰਸਥਾਵਾਂ ਵੀ ਆ, ਹੌਲੀ ਹੌਲੀ ਜਦੋਂ ਤੋਂ ਇਹਨਾਂ ਨੇ ਰੂਲਿੰਗ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਨਾਲ ਜਿਹੜੀ ਭਰੋਸਾ ਹੈ, ਲੋਕਾਂ ਦਾ ਵਿਸ਼ਵਾਸ ਹੈ, ਉਹ ਘਟਿਆ ਹੈਗਾ। ਇਕੱਲਾ ਲੋਕਾਂ ਦਾ ਨਹੀਂ ਘਟਿਆ, ਇਹਨਾਂ ਏਜੰਸੀਆਂ ਦੇ ਵਿੱਚ ਜਿਹੜੇ ਅਧਿਕਾਰੀ ਕੰਮ ਕਰਦੇ ਨੇ, ਜਿਹੜੇ ਮੁਲਾਜ਼ਮ ਕਰਦੇ ਆ, ਜਾਂ ਜਿੰਨੀ ਵਰਕ ਫੋਰਸ ਹੈ, ਉਹਨਾਂ ਦਾ ਵੀ ਇੱਕ ਆਤਿਸ਼ ਭਰੋਸਾ ਟੁੱਟਦਾ ਹੈਗਾ। ਕਿਉਂਕਿ ਉਹ ਤਾਂ ਦੇਖਦੇ ਨੇ, ਵਾਚ ਕਰਦੇ ਨੇ, ਤਾਂ ਉਹਨਾਂ ਦਾ ਵੀ ਆਪਣੀ ਇੰਸਟੀਟਿਊਸ਼ਨ 'ਚੋਂ ਭਰੋਸਾ ਨਿਕਲਦਾ ਹੈਗਾ। ਇਵੇਂ ਜਿਵੇਂ ਇਹਨਾਂ ਇੰਸਟੀਟਿਊਸ਼ਨਾਂ ਦਾ ਇੱਕ ਜਿਹੜਾ ਭੈ ਬਣਿਆ ਹੁੰਦਾ ਹੈ
ਇੱਕ ਸਾਨੂੰ ਡਰ ਹੀ ਹੁੰਦਾ ਹੈਗਾ ਨਾ ਕਿ ਸੀਬੀਆਈ ਇਹ ਕਰੇਗੀ, ਈਡੀ ਇਹ ਕਰੇਗੀ। ਜੇ ਤੁਸੀਂ ਮਤਲਬ ਬੂਟ ਜਰਾਬਾਂ ਵੰਡਣ ਵਾਲਿਆਂ ਤੇ ਵੀ ਨੋਟਿਸ ਦਿਓਗੇ, ਉਹਨੂੰ ਤਾਂ ਸਮਨ ਕਰੋਗੇ, ਤਾਂ ਤੁਹਾਡੇ ਤੇ ਭੈ ਕੀ ਰਹਿ ਜਾਏਗਾ? ਉਹਨਾਂ ਦਾ ਆਪਣਾ ਵੀ ਲੱਗਦਾ, ਉਹਨਾਂ ਨੂੰ ਵੀ ਅੰਦਰਲੇ ਜਿਹੜੇ ਅਧਿਕਾਰੀ ਹੁੰਦੇ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਕਿਸ ਕਿਸਮ ਦੀ ਕੰਮ ਕਰ ਰਹੇ ਹਾਂ। ਜਿਹੜਾ ਇਹਨਾਂ ਦਾ ਐਕਚੁਅਲੀ ਕੰਮ ਹੈਗਾ ਉਹ ਪ੍ਰਭਾਵਿਤ ਹੁੰਦਾ ਹੈਗਾ। ਤਾਂ ਇਸ ਤਰ੍ਹਾਂ ਜਿਵੇਂ ਹੁਣ ਪਿੱਛੇ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ, ਜਦੋਂ 4 ਮੈਂਬਰੀ ਕਮੇਟੀ ਬਣਾਈ ਗਈ ਸੀ, ਉਦੋਂ ਵੀ ਮਤਲਬ ਸੈਂਟਰ ਗੌਰਮੈਂਟ ਦਾ ਇੱਕ ਇਹ ਸੀਗਾ ਕਿ ਲੋਕਾਂ ਦੇ ਵਿੱਚ ਅਸੀਂ ਕੰਪਰੈਸ਼ਨ ਦੇਣਾ ਚਾਹੁੰਦੇ ਹੈਗੇ ਹਾਂ ਕਿ ਜੇ ਇਹ ਫੈਸਲਾ ਨਹੀਂ ਮੰਨਣਗੇ, ਕਮੇਟੀ ਨੂੰ ਨਹੀਂ ਮੰਨਣਗੇ, ਤਾਂ ਅਸੀਂ ਇਹ ਕਹਾਂਗੇ ਕਿ ਇਹਨਾਂ ਨੇ ਨਿਆਂ ਪ੍ਰਣਾਲੀ ਦੇ ਵਿੱਚ ਭਰੋਸਾ ਨਹੀਂ ਜ਼ਾਹਰ ਕੀਤਾ, ਉਸ ਤੋਂ ਭੱਜ ਰਹੇ ਨੇ। ਪਰ ਲੋਕਾਂ ਦੇ ਵਿੱਚ ਜਿਹੜੀ ਲੋਕ ਬਾਣੀ ਹੈ ਉਹ ਹੋਰ ਕਿਸਮ ਦੀ ਬਣ ਗਈ ਹੈ। ਲੋਕਾਂ ਦੇ ਨਾਲ ਜਿਹੜੀ ਨਿਆਂ ਪ੍ਰਣਾਲੀ ਨੂੰ ਜੋੜਿਆ ਜਾਣ ਲੱਗਿਆ ਹੈ ਕਿ ਸਰਕਾਰਾਂ, ਜਿਵੇਂ ਆਪਾਂ ਕਹਿੰਦੇ ਸੀਬੀਆਈ ਹੈ, ਈਡੀ ਹੈ, ਕਿ ਸਰਕਾਰ ਦੀ ਬੋਲੀ ਬੋਲਦੇ ਆ। ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਆਮ ਲੋਕਾਂ ਲਈ ਜਿੰਨੀ ਅਸੀਂ ਸਪੇਸ ਘਟਾਈ ਜਾਵਾਂਗੇ ਸਾਡੇ ਲੋਕ ਰਾਜ ਦੇ ਵਿੱਚੋਂ, ਇਹ ਇੰਸਟੀਟਿਊਸ਼ਨਾਂ ਜਿੰਨੀਆਂ ਸੁੰਗੜੀ ਜਾਣਗੀਆਂ, ਉਹਦੇ ਨਾਲ ਸਾਡੀ ਕੀ ਹੈ, ਲੋਕਾਂ ਦਾ ਜੇ ਇੰਸਟੀਟਿਊਸ਼ਨ ਤੋਂ ਭਰੋਸਾ ਟੁੱਟੇਗਾ ਤਾਂ ਨਾਲ ਸਰਕਾਰ ਤੋਂ ਵੀ ਟੁੱਟੇਗਾ, ਸਰਕਾਰ ਤੋਂ ਭਰੋਸਾ ਟੁੱਟੇਗਾ ਤਾਂ ਨਾਲ ਸਿਸਟਮ ਤੋਂ ਵੀ ਟੁੱਟੇਗਾ, ਸਿਸਟਮ ਤੋਂ ਟੁੱਟੇਗਾ ਤਾਂ ਫਿਰ ਅਸੀਂ ਕਹਿ ਦਿੰਦੇ ਹਾਂ ਕਿ ਤਾਂ ਨਾਬਰ ਹੋ ਰਿਹਾ ਜੀ। ਤਾਂ ਇਹ ਚੀਜ਼ਾਂ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈਗੇ ਆ। ਤੇ ਮੈਨੂੰ ਪਤਾ ਲੱਗਿਆ ਕਿ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਕਿਸਾਨ ਪਰੇਡ ਵਾਲਾ ਸੀਗਾ, ਉਹ ਹੁਣ ਅੱਗੇ ਉਹਨਾਂ ਨੇ ਅੱਜ ਕਾਲ ਦੇ ਦਿੱਤੀ ਹੈਗੀ ਹੈ ਇੰਟਰਨੈਸ਼ਨਲ ਲੈਵਲ ਤੇ। ਹੁਣ ਜਿਹੜੀ ਕਿਸਾਨ ਪਰੇਡ ਹੈ ਉਹ ਕੱਲੀ ਇੰਡੀਆ ਦੇ ਵਿੱਚ ਨਹੀਂ ਹੋਏਗੀ, ਬਲਕਿ ਦੂਸਰੇ ਬਾਹਰੀ ਮੁਲਕਾਂ ਦੇ ਸਾਰੇ ਵਰਲਡ ਦੇ ਵਿੱਚ ਕਿਸਾਨ ਪਰੇਡ ਦਾ ਜਿਹੜਾ ਹੈਗਾ ਸੱਦਾ ਦਿੱਤਾ ਗਿਆ ਹੈਗਾ ਜੀ। ਚਰਨਜੀਤ ਜੀ, ਪਹਿਲਾਂ ਕਿਸਾਨ ਪਰੇਡ ਤੋਂ ਪਹਿਲਾਂ ਅਸੀਂ ਗੱਲ ਕਰਨੀ ਚਾਹਾਂਗੇ ਵੀ ਇਹ ਕਿਸਾਨ ਧਿਰਾਂ ਵੱਲੋਂ ਇੱਕੋ ਮੰਗ ਰੱਖੀ ਜਾ ਰਹੀ ਹੈ, ਇਹ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ। ਪਰ ਕੇਂਦਰ ਸਰਕਾਰ ਇਹ ਗੱਲਾਂ ਮੰਨਣ ਤੇ ਨਾ ਮੰਨਣ ਲਈ ਅੜੀ ਹੋਈ ਹੈ, ਉਹ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ। ਉਹ ਕਹਿੰਦੀ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ ਪਰ ਕਾਨੂੰਨ ਰੱਦ ਨਹੀਂ ਹੋਣਗੇ। ਇਸ ਤੋਂ ਸਾਫ਼ ਹੈ ਵੀ ਕਿ ਇਹ ਸੰਘਰਸ਼ ਜਿਹੜਾ ਹੈਗਾ ਲੰਬਾ ਚੱਲੇਗਾ। ਤੁਹਾਨੂੰ ਲੱਗਦਾ ਜੇ ਇਹ ਸੰਘਰਸ਼ ਲੰਬਾ ਚੱਲਦਾ ਇਹਦੇ ਨਤੀਜੇ ਕੋਈ ਪੋਜ਼ਿਟਿਵ ਨਿਕਲਣਗੇ? ਦੇਖੋ, ਇੱਕ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਕਿਸਾਨ ਉੱਥੇ ਜਾ ਕੇ ਦਿੱਲੀ ਬੈਠੇ ਸੀਗੇ ਤਾਂ ਹਰ ਨਿਆਣਾ ਔਰ ਸਿਆਣਾ ਜਿਹੜਾ ਵੀ ਉਹਨੂੰ ਮੀਡੀਆ ਵਾਲਾ ਪੁੱਛਦਾ ਸੀ ਤਾਂ ਇੱਕੋ ਗੱਲ ਕਹਿੰਦਾ ਸੀ ਕਿ ਅਸੀਂ 6-6 ਮਹੀਨੇ ਦਾ ਜਿਹੜਾ ਰਾਸ਼ਨ ਹੈ ਉਹ ਨਾਲ ਲੈ ਕੇ ਆਏ ਹਾਂ। ਪੰਜਾਬੀ ਜਦੋਂ ਘਰੋਂ ਤੁਰੇ ਨੇ ਜਾਂ ਹੁਣ ਹਰਿਆਣੇ ਵਾਲੇ ਤੁਰੇ ਨੇ, ਇਹ ਸੋਚ ਕੇ ਤੁਰੇ ਨੇ, ਉਹਨਾਂ ਦੇ ਮਾਈਂਡ ਦੇ ਵਿੱਚ ਬਣਾ ਹੋਇਆ ਵੀ ਛੇਤੀ ਲੜਾਈ ਮੁੱਕਣ ਵਾਲੀ ਨਹੀਂ। ਇਹ ਆਤਿਸ਼ ਛੋਟੀ ਲੜਾਈ ਨਹੀਂ ਅਸਲ 'ਚ ਦੇਖਿਆ ਜਾਵੇ ਤਾਂ। ਕੋਈ ਇਹ ਤਾਂ ਹੈ ਨਹੀਂ ਕਿ 57 ਦਾ ਮਾਮਲਾ ਹੈਗਾ ਤੇ ਫੌਰੀ ਜਿਹੜਾ ਖਤਮ ਹੋ ਜਾਏਗਾ ਧਰਨੇ ਮੁਜ਼ਾਹਰੇ ਕਰਕੇ। ਇਹ ਇੱਕ ਪਾਲਿਸੀ ਮੈਟਰ ਹੈਗਾ, ਇੱਕ ਕਾਨੂੰਨਾਂ ਨੂੰ ਵਾਪਸ ਕਰਾਉਣ ਦਾ ਮਾਮਲਾ ਹੈਗਾ। ਵਰਲਡ ਲੈਵਲ ਦੇ ਜਿਹੜੇ ਕਾਰਪੋਰੇਟ ਹੈ ਉਹਨਾਂ ਨਾਲ ਟੱਕਰ ਹੈ ਤੁਹਾਡੀ, ਠੀਕ ਹੈ, ਉਹਨਾਂ ਨਾਲ ਟੱਕਰ ਲੈਣੀ ਹੈ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਰਾਤੋਂ ਰਾਤ ਫਿਰ ਤੁਹਾਡੀ ਉਸ ਤੋਂ ਵੱਧ ਟੱਕਰ ਹੈਗੀ ਕਿ ਉਸ ਆਦਮੀ ਨਾਲ ਜਿਹੜਾ ਮੈਨਾ ਮਾਨੂ ਦੀ ਰੱਟ ਹੈ ਜਿਹੜੀ ਉਹਨੇ ਲਾਈ ਹੋਈ ਹੈਗੀ ਹੈ। ਉਹ ਕਹਿੰਦਾ ਕਿ ਜੀ ਸਭ ਤੋਂ ਕੋਈ ਵੀ ਮੈਂ ਫੈਸਲਾ ਲਿਆ ਉਸਨੂੰ ਕੋਈ ਉਲਟਾ ਨਹੀਂ ਸਕਿਆ। ਪਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਕਈ ਗੱਲਾਂ ਸਾਨੂੰ ਦਿਖਦੀਆਂ ਹੁੰਦੀਆਂ, ਕਈ ਗੱਲਾਂ ਸਾਨੂੰ ਨਹੀਂ ਦਿਖਦੀਆਂ, ਅਦਿੱਖ ਹੁੰਦੀਆਂ ਨੇ। ਜਿਸ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਿਹੜੀ RTI ਬਾਰੇ ਲੋਕ ਇਹ ਕਹਿੰਦੇ ਨੇ ਕਿ RTI ਦਾ ਕੀ ਫਾਇਦਾ ਹੋਇਆ, ਤਾਂ ਮੈਨੂੰ ਲੱਗਦਾ ਹੁੰਦਾ ਕਿ ਵੀ ਜਦੋਂ ਕੋਈ ਅਫਸਰ ਜਦੋਂ ਕੋਈ ਫੈਸਲਾ ਲੈਂਦਾ, ਕੋਈ ਉਹਨੇ ਆਪਦੇ ਬਿੱਲਾਂ ਦੇ ਵਿੱਚ ਖਰਚ ਪਾਉਣਾ ਹੈਗਾ, ਜੇ ਮੰਨ ਲਓ ਹੁਣ ਕਿਸੇ ਚਾਹ ਦੇ ਕੱਪ ਦਾ ਹੀ ਖਰਚ ਪਾਉਣਾ ਹੈ ਤਾਂ ਜੇ 2 ਰੁਪਏ ਦਾ ਚਾਹ ਦਾ ਕੱਪ ਆਇਆ ਤਾਂ ਉਹ 3 ਪਾਲੇਗਾ, ਉਹ 10 ਰੁਪਏ ਨਹੀਂ ਪਾਉਂਦਾ। ਉਹਦੇ ਮਨ 'ਚ ਇੱਕ ਭੈ ਬਣਿਆ ਹੁੰਦਾ ਹੈ ਕਿ ਕੱਲ ਨੂੰ ਕੋਈ ਇਹਦੀ ਇਨਫੋਰਮੇਸ਼ਨ ਹੈ ਜਿਹੜੀ RTI ਦੇ ਥਰੂ ਲੈਣ ਮੰਗ ਨਾ ਲਵੇ। ਤਾਂ ਇਸ ਅੰਦੋਲਨ ਦੀਆਂ ਬਹੁਤ ਚੀਜ਼ਾਂ ਜਿਹੜੀਆਂ ਅਦਿੱਖ ਨੇ, ਜਿਹੜੀਆਂ ਸਾਨੂੰ ਦਿਖਦੀਆਂ ਨਹੀਂ। ਸਾਡੇ ਤੇ ਜਿਹੜੇ ਹੋਰ ਹੱਲੇ ਹੋਣੇ ਸੀ ਨਵੇਂ, ਇਹ ਕਿਸਾਨ ਘੋਲ ਨੇ ਉਹ ਹੱਲੇ ਰੋਕੇ ਨੇ। ਸਰਕਾਰ ਨੂੰ ਵੀ, ਚਾਹੋ ਸਰਕਾਰ ਇਹ ਗੱਲ ਸ਼ੋਅ ਨਹੀਂ ਕਰਦੀ ਬਾਹਰੀ ਤੌਰ ਤੇ, ਅੰਦਰੋਂ ਸਰਕਾਰ ਨੂੰ ਵੀ ਪਤਾ ਹੈ ਕਿ ਅਸੀਂ ਇੰਟਰੋਸਪੈਕਟ ਕਰਨਗੇ। ਉਹਨਾਂ ਦੀ ਚਾਹੇ ਭਾਜਪਾ ਦੇ ਜਿਹੜੇ ਇੰਟਰਨਲ ਵਿਵਾਦ ਹੈ ਉਹ ਵੀ ਨਾਲੋਂ ਨਾਲ ਉੱਠ ਰਹੇ, ਜਿਹੜੇ ਸਾਹਮਣੇ ਨਹੀਂ ਆ ਰਹੇ ਸਾਰੇ। ਤਾਂ ਅੱਜ 'ਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਪੰਜਾਬੀ ਤਾਂ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਨਾ ਕਿ ਲੰਬਾ ਚੱਲੇਗਾ, ਉਹ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਵਿਸਾਖੀ ਵੀ ਉੱਥੇ ਹੀ ਨਿਕਲੇਗੀ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ ਜਿਹਦੇ ਇੱਕ ਮੈਂਬਰ ਰਿਜ਼ਾਈਨ ਕਰ ਗਏ, ਉਹਨੂੰ ਵੀ 4 ਹਫ਼ਤੇ ਦਾ ਟਾਈਮ ਦਿੱਤਾ ਹੈਗਾ। ਤੇ ਬਾਕੀ ਜਿਹੜੀ ਕੱਲ੍ਹ ਨੂੰ ਜਿਹੜਾ ਹੈਗਾ 18 ਨੂੰ ਸੁਪਰੀਮ ਕੋਰਟ 'ਚ ਵੀ ਫੈਸਲਾ ਦੇਖਿਆ ਜਾਏਗਾ 26 ਦੇ ਨਾਲ ਤਾਲੁਕ ਰੱਖਦਾ। ਤਾਂ ਮੈਨੂੰ ਲੱਗਦਾ ਜੇ ਲੰਬਾ ਚੱਲੇਗਾ ਤਾਂ ਸਰਕਾਰ ਹੈ ਜਿਹੜੀਆਂ ਉਹਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ। ਸਰਕਾਰ ਦਾ ਯੋਗਦਾਨ ਅੱਜ ਮੈਂ ਗੱਲ ਆਪਣੀ ਪੂਰੀ ਕਰਨਾ ਚਾਹਾਂਗਾ ਇਸ ਰੂਪ 'ਚ ਹੈਗਾ ਕਿ ਜਦੋਂ ਵੀ ਇਹ ਨਰਮ ਪੈਂਦਾ, ਮਨੋਬਲ ਨੀਵਾਂ ਹੁੰਦਾ ਹੈ, ਤਾਂ ਜਿਵੇਂ ਹੁਣ ਏਜੰਸੀ ਨੇ ਨੋਟਿਸ ਦੇ ਦਿੱਤੇ ਨੇ, ਉਹ ਕਿਸਾਨ ਅੰਦੋਲਨ ਫੇਰ ਭਖ ਜਾਂਦਾ ਉਨਾ ਹੀ, ਉਹਨੂੰ ਨਵਾਂ ਬੂਸਟ ਮਿਲਦਾ ਹੈ ਇਹਦੇ ਨਾਲ। ਇਸ ਕਰਕੇ ਲੰਬਾ ਚੱਲੇਗਾ, ਉਹਦਾ ਬੂਸਟ ਹੈ ਜਿਹੜਾ ਮਨੋਬਲ ਹੈ ਲੋਕਾਂ ਦਾ ਡਿੱਗ ਨਹੀਂ ਰਿਹਾ ਬਲਕਿ ਦਿਨ ਬ ਦਿਨ ਵੱਧ ਰਿਹਾ ਹੈਗਾ। ਚਰਨਜੀਤ ਜੀ, ਇਸ ਤੋਂ ਪਹਿਲਾਂ ਤੁਸੀਂ ਗੱਲ ਕਰਕੇ ਹਟੇ 26 ਜਨਵਰੀ ਦੀ, ਅਸੀਂ ਜਾਣਨਾ ਚਾਹਾਂਗੇ ਕਿ 26 ਜਨਵਰੀ ਨੂੰ ਜਿਹੜੀ ਟਰੈਕਟਰ ਪਰੇਡ ਕੱਢਣੀ ਹੈ ਉਹਦੇ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਵੀ ਕੀਤੀ ਹੈ। ਉਹਨੇ ਕੀ ਤਿਆਰੀਆਂ ਕਰਨ ਦੇ ਕੀ ਫੈਸਲੇ ਲਿੱਤੇ ਨੇ, ਅਸੀਂ ਚਾਹਾਂਗੇ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ।
ਉਹਦੇ ਵਿੱਚ ਇਹ ਹੈਗਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ। ਕੱਲ ਜਿਹੜੀ ਮੀਟਿੰਗ ਹੋਈ ਹੈ ਉਹ ਮੀਟਿੰਗ ਹੋਈ ਸੀ ਜਿਹੜੀ ਪੰਜਾਬ ਦੀਆਂ 32 ਕਿਸਾਨ ਧਿਰਾਂ ਨੇ ਉਹਨਾਂ ਦੀ ਮੀਟਿੰਗ ਹੋਈ ਸੀ। ਪਹਿਲਾਂ ਜਿਸ ਤਰ੍ਹਾਂ ਆਪਾਂ ਦਰਸ਼ਕਾਂ ਨੂੰ ਕਿਹਾ ਸੀ ਕਿ 17 ਤਰੀਕ ਨੂੰ ਫੈਸਲਾ ਆ ਜਾਣਾ ਹੈਗਾ ਕਿ ਕਿਸ ਕਿਸਮ ਦੀ ਰਣਨੀਤੀ ਹੋਏਗੀ, ਕਿਵੇਂ ਕਿਸਾਨ ਪਰੇਡ ਕਿੱਥੋਂ ਚੱਲੇਗੀ, ਕਿੱਥੇ ਖਤਮ ਹੋਏਗੀ। ਉਹਦੇ ਵਿੱਚ ਹੁਣ ਦੋ ਇਸ਼ੂ ਆ ਗਏ ਹੈਗੇ ਨੇ ਜਿਹੜੇ ਮੈਨੂੰ ਪਤਾ ਲੱਗਿਆ ਆਪਣੇ ਸਰੋਤਾਂ ਤੋਂ। ਉਹਦੇ ਵਿੱਚ ਇਹ ਹੈਗਾ ਕਿ ਪਹਿਲਾਂ ਇਹ ਸਰਕਾਰ ਤੋਂ ਪ੍ਰਵਾਨਗੀ ਮੰਗਣਗੇ ਵੀ ਸਾਨੂੰ ਅਲਾਓ ਕੀਤਾ ਜਾਵੇ, ਕਿਉਂਕਿ ਇਹਨਾਂ ਨੇ ਆਪਸ਼ਨ ਇੱਕ ਫੈਸਲਾ ਕਰ ਲਿਆ, ਇਹਨਾਂ ਨੇ ਪੁਆਇੰਟ ਤੈਅ ਕਰ ਲਏ ਨੇ ਕਿ ਅਸੀਂ ਇਸ ਪੁਆਇੰਟ ਤੋਂ ਚੱਲਣਾ ਹੈ, ਇਸ ਪੁਆਇੰਟ ਤੱਕ ਜਾਣਾ ਹੈਗਾ। ਇਹਨਾਂ ਨੇ ਆਪਸ਼ਨਾਂ ਵੀ ਦੇਖ ਲਈਆਂ, ਅਲਟਰਨੇਟਿਵ ਵੀ ਦੇਖ ਲਏ। ਇਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਦਿੱਲੀ ਦੇ ਇਹ ਬਾਹਰ ਬੈਠੇ ਨੇ, ਹੁਣ ਜੂ ਤੋਂ ਬਾਹਰ ਬੈਠੇ ਨੇ, ਤਾਂ ਇੱਕ ਉਹਦੇ 'ਚ ਆਊਟਰ ਰਿੰਗ ਰੋਡ ਹੈ ਦਿੱਲੀ ਦੇ ਵਿੱਚ 100 ਕਿਲੋਮੀਟਰ ਦੀ ਲੰਬੀ, ਜਿਹੜੀ ਉੱਥੇ ਇੰਟਰਸਟੇਟ ਬੱਸ ਟਰਮੀਨਲ ਹੈ ਉਹਦੇ ਕੋਲ ਦੀ ਜਾਂਦੀ ਹੈਗੀ ਹੈ। ਤਾਂ ਇਹਨਾਂ ਵੱਲੋਂ ਇਹ ਮੰਗ ਇੱਕ ਰੱਖੀ ਜਾਣੀ ਹੈ ਕਿ ਸਾਨੂੰ ਉਸ ਰਿੰਗ ਰੋਡ ਤੇ ਜਾਣ ਦਿੱਤਾ ਜਾਵੇ। ਇਹ ਸਰਕਾਰ ਨੂੰ ਭਜਾਉਣਾ ਚਾਹੁੰਦੇ ਇੱਕ ਤਰ੍ਹਾਂ ਨਾਲ, ਇਹ ਉਹਦੇ ਲਈ ਅਪਲਾਈ ਕਰਨਗੇ ਹਜੇ, ਜਾਂ ਉਹਨਾਂ ਤੋਂ ਮੰਗ ਕਰਨਗੇ, ਜਾਂ ਤੋਮਰ ਸਾਹਿਬ ਦੀ ਮੀਟਿੰਗ ਹੈ 19 ਜਨਵਰੀ ਦੀ, ਉਹਦੇ ਵਿੱਚ ਇਹ ਇਸ਼ੂ ਰੱਖਿਆ ਜਾਣਾ ਹੈ। ਇੱਕ ਤਾਂ NIA ਵਾਲਾ ਇਸ਼ੂ ਰੱਖਣਾ ਹੈ, ਦੂਸਰਾ ਇਹ ਕਹਿਣਾ ਹੈ ਕਿ ਸਾਨੂੰ ਤੁਸੀਂ ਮੰਗ ਦਿਓ। ਇਹ ਕਿਸਾਨ ਤਰ੍ਹਾਂ ਇਸ ਗੱਲ ਤੋਂ ਬੜੀਆਂ ਸਿਆਣੀਆਂ ਸਮਝਦਾਰੀ ਸਾਹਮਣੇ ਆ ਰਹੀ ਹੈ ਕਿ ਉਹ ਹਰ ਗੱਲ ਉਹਨਾਂ ਤੇ ਪਾ ਰਹੇ ਨੇ। ਸੈਂਟਰ ਗਵਰਨਮੈਂਟ ਇਹਨਾਂ ਤੇ ਸਿੱਟਣਾ ਚਾਹੁੰਦਾ ਹੈ। ਇਹ ਇਸ ਤਰ੍ਹਾਂ ਨੂੰ ਪੁੱਟ ਕਰ ਰਹੀਆਂ ਨੇ ਹੁਣ ਜਿਹੜਾ ਕਿਸਾਨ ਪਰੇਡ ਵਾਲਾ ਇਸ਼ੂ ਹੈ ਕਿ ਜੇ ਕੇਂਦਰ ਸਰਕਾਰ ਪੀਸਫੁਲੀ ਪ੍ਰਦਰਸ਼ਨ ਚਾਹੁੰਦੀ ਹੈਗੀ ਹੈ ਕਿ ਕਿਸਾਨ ਹੈ ਜਿਹੜੇ ਬੜੀ ਸ਼ਾਂਤਮਈ ਤਰੀਕੇ ਨਾਲ, ਲੋਕ ਰਾਜੀ ਤਰੀਕੇ ਨਾਲ, ਚਾਹੇ ਉਹ ਆਪਣੀ ਫੋਰਸ ਅੱਗੇ ਲਾ ਲੈਣ ਕਿ ਇਹ ਕਿਸਾਨ ਪਰੇਡ ਕੱਢ ਲੈਣ, ਟਰੈਕਟਰ ਪਰੇਡ ਕੱਢ ਲੈਣ, ਤਾਂ ਸਾਨੂੰ ਪ੍ਰਵਾਨਗੀ ਦੇ ਦਿਓ। ਤਾਂ ਮੈਨੂੰ ਨਹੀਂ ਲੱਗਦਾ ਉਹ ਪ੍ਰਵਾਨਗੀ ਦੇਣਗੇ, ਕਿਉਂਕਿ ਉਹ ਗੱਲ ਮੁਕਾਉਣਾ ਚਾਹੁੰਦੇ ਨੇ ਤੇ ਇਹ ਦੋ ਟੁਕ ਫੈਸਲਾ ਨਹੀਂ ਚਾਹੁੰਦੇ। ਹੁਣ ਗੱਲ ਤਾਂ ਇਹ ਵੀ ਆਤਿਸ਼ ਵਿੱਚ ਚੱਲਦੀ ਹੈਗੀ ਹੈ ਅੰਦਰੋਂ ਅੰਦਰੀ ਕਿ ਦੇਖੋ ਇੱਕ ਲੋਕ ਤਾਂ ਉਹ ਨੇ ਜਿਨ੍ਹਾਂ ਨੂੰ ਲੱਗਦਾ ਕਿ ਜੀ ਆਪਾਂ ਮਤਲਬ ਕਰੀਏ ਫੈਸਲਾ, ਹੁਣ ਆਰ ਪਾਰ ਦੀ ਲੜਾਈ ਲੜ ਲਈਏ ਤੇ ਨਹੀਂ ਲੋਕ ਥੱਕ ਜਾਣਗੇ। ਤਾਂ ਜਿਵੇਂ ਕਹਿੰਦੇ ਨੇ ਕਿ ਨਾ ਕਿ ਥਕਾਵਟ ਦਾ ਤਾਂ ਇਲਾਜ ਹੋਰ ਹੈ। ਲੋਕ ਅਜੇ ਦੇਖੋ ਉੱਥੇ ਜਾਣੋਂ ਤਾਂ ਹਟੇ ਨਹੀਂ, ਦਿਨ ਬ ਦਿਨ ਗਿਣਤੀ ਵੱਧ ਰਹੀ ਹੈ। ਦੂਸਰੇ ਸੂਬਿਆਂ 'ਚ ਬੰਬੇ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਸਾਰੀਆਂ ਸਟੇਟਾਂ 'ਚ ਖਾੜਾ ਤਾਂ ਮੱਘ ਗਿਆ ਹੈਗਾ। ਕਿਸਾਨਾਂ ਨੂੰ ਤਾਂ ਕੋਈ ਲਾਸ ਨਹੀਂ, ਹਜੇ ਕੋਈ ਫਸਲ ਦਾ ਵੀ ਕੋਈ ਮੂੰਹ ਸਿਰ ਨਹੀਂ ਹੈਗਾ ਅਜੇ ਇੱਧਰ ਕਿ ਲੋਕਾਂ ਦੇ ਰੁਝੇਵੇਂ ਹੋਣ। ਜੇ ਰੁਝੇਵੇਂ ਹੋਣਗੇ ਵੀ ਤਾਂ ਪਹਿਲਾਂ ਦੇਖ ਲਿਆ ਆਪਾਂ, ਕਿਸਾਨ ਅੰਦੋਲਨ ਨੂੰ ਕਦੇ ਵੀ ਫਿੱਕਾ ਨਹੀਂ ਪਿਆ। ਤਾਂ ਸੈਂਟਰ ਗਵਰਨਮੈਂਟ ਦਾ ਇਹ ਸਾਰੀਆਂ ਜਿਹੜੀਆਂ ਨੀਤੀਆਂ ਹੁਣ ਤੱਕ ਚੱਲੀ ਹੈਗੀ, ਜਾਂ 26 ਤਰੀਕ ਵਾਲਾ ਨਾ ਅਲਾਓ ਕਰਨਾ, ਉਹਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਕਿ ਕੋਈ ਨਾ ਕੋਈ ਵਿਘਨ ਪਵੇ ਤੇ ਇਹ ਲੜਾਈ ਨੂੰ ਅਸੀਂ ਇੱਥੇ ਖਤਮ ਕਰ ਦਈਏ, ਕੋਈ ਹਿੰਸਾ ਕਰੀਏ। ਪਰ ਕਿਸਾਨ ਹੈ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਮੌਕਾ ਦੇਣਗੇ। ਉਹਨਾਂ ਨੇ ਫੈਸਲਾ ਜਿਹੜਾ ਤੋਮਰ ਵਾਲੀ ਮੀਟਿੰਗ ਤੋਂ 20 ਤਰੀਕ ਨੂੰ ਫੈਸਲਾ ਲੈਣਾ ਕਿ ਕਿਸਾਨ ਪਰੇਡ ਦਾ ਜਿਹੜਾ ਰੂਟ ਹੈ ਉਹ ਕਿੱਥੇ ਕਿੱਥੇ ਜਾਏਗਾ। ਤੇ ਹੁਣ ਦੇਖਣਾ ਇਹ ਹੈ ਸਰਕਾਰ ਨੇ ਕਿ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ, ਕਿ ਪੀਸਫੁਲੀ ਰੱਖਣਾ ਹੈ ਜਾਂ ਹਿੰਸਕ ਰੱਖਣਾ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਦਿਨ ਤੋਂ ਇਸ ਸੰਘਰਸ਼ ਨੂੰ ਬੜੇ ਸ਼ਾਂਤਮਈ ਤਰੀਕੇ ਨਾਲ ਚਲਾਇਆ ਜਾ ਰਿਹਾ, ਪਰ ਉਹਨਾਂ ਵੱਲੋਂ 26 ਜਨਵਰੀ ਦੀ ਪਰੇਡ ਨੂੰ ਵੀ ਇਸੇ ਢੰਗ ਨਾਲ ਜਿਹੜਾ ਹੈਗਾ ਸ਼ਾਂਤਮਈ ਕੱਢਣ ਦਾ ਫੈਸਲਾ ਲਿੱਤਾ ਹੈ। ਤੇ ਦੇਖਣ ਵਾਲੀ ਗੱਲ ਇਹ ਰਹੇਗੀ ਕੇਂਦਰ ਸਰਕਾਰ ਇਸ ਪਰੇਡ ਨੂੰ ਸ਼ਾਂਤਮਈ ਕੱਢਦੀ ਹੈ ਜਾਂ ਜਿਵੇਂ ਉਹ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਪੈਂਥੜੇ ਖੇਡਦੇ ਆ ਰਹੀ ਹੈ, ਇਸ ਪਰੇਡ ਨਾਲ ਵੀ ਕੋਈ ਪੈਂਥੜਾ ਖੇਡ ਕੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਕਿਸਾਨ ਜਥੇਬੰਦੀਆਂ ਦੀ ਇੱਕੋ ਗੱਲ ਹੈ, ਅਸੀਂ ਇਸ ਪਰੇਡ ਨੂੰ ਬੜੇ ਸ਼ਾਂਤਮਈ ਢੰਗ ਨਾਲ ਕੱਢਾਂਗੇ ਤੇ ਜਿਵੇਂ ਉਹਦੀ ਵਿਉਂਤਬੰਦੀ ਹੈਗੀ ਆ ਉਹ 20 ਜਨਵਰੀ ਨੂੰ ਜਿਹੜੀ ਹੈਗੀ ਆ ਐਲਾਨ ਦਿੱਤੀ ਜਾਏਗੀ, ਉਹ ਕੀ ਕਰਨਗੇ। ਕੱਲ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।